करनाल भी ਉਹੀ ਧਰਤੀ ਹੈ ਜਿੱਥੋਂ ਮਹਾਭਾਰਤ ਦੇ ਜਿਹੜੇ ਕਰਨ ਨੇ ਉਹਨਾਂ ਦਾ ਜਨਮ ਹੋਇਆ ਔਰ ਉੱਥੇ ਹੀ ਰਹਿੰਦੇ ਸੀ। ਔਰ ਜਦੋਂ ਇਹ ਸਾਰਾ ਘਟਨਾਕ੍ਰਮ ਦੇਖਿਆ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਕਰਨ ਆਇਆ ਔਰ ਮਹਾਭਾਰਤ ਆਈ, ਕਿਉਂਕਿ ਇੱਕ ਪਾਸੇ ਸਰਕਾਰ, ਇੱਕ ਪਾਸੇ ਕਿਸਾਨ, ਯੁੱਧ ਤੋਂ ਘੱਟ ਹਾਲਾਤ ਨਹੀਂ ਨੇ, ਬੇਸ਼ੱਕ ਤੀਰ ਤਲਵਾਰ ਨਹੀਂ ਨੇ, ਪਰ ਆਸਾਰ ਪੂਰੇ ਬਣੇ ਹੋਏ ਨੇ ਹਿੰਸਾ ਹੋਣ ਦੇ। ਹੁਣ ਇਹ ਮਹਾਪੰਚਾਇਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਭਾਵ ਹੈ ਉਹ ਪਾ ਸਕਦੀਆਂ? ਦੇਖੋ, ਸਵਾਲ ਇਹ ਨਹੀਂ ਹੈ ਕਿ ਵੀ ਲੋਕ ਉਹ ਇਕੱਠੇ ਹੋ ਰਹੇ ਜਾਂ ਨਹੀਂ ਇਕੱਠੇ ਹੋ ਰਹੇ। ਸਵਾਲ ਇਸ ਗੱਲ ਦਾ ਹੈ ਕਿ ਲੋਕ ਇਕੱਠੇ ਕਿਉਂ ਹੋ ਰਹੇ ਆ। ਜਦੋਂ ਮਤਲਬ ਉਹਨਾਂ ਦਾ ਇੱਕ ਸਿੰਪਲ ਜੀ ਡਿਮਾਂਡ ਹੈ ਕਿ ਜਿਹੜਾ SDM ਲੋਕਾਂ ਦੇ ਸਿਰ ਤੋੜਨ ਦੀ ਗੱਲ ਕਰ ਰਿਹਾ ਹੈ, ਉਸ SDM ਨੂੰ ਸਸਪੈਂਡ ਕੀਤਾ ਜਾਏ ਤੇ ਉਹਦੇ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਜਾਏ। ਸਿੰਪਲ, ਇਸ ਤੋਂ ਇਲਾਵਾ ਤਾਂ ਕੋਈ ਗੱਲ ਹੀ ਨਹੀਂ ਹੈ। ਸਰਕਾਰ ਹੁਣ ਇਹ ਕਹਿ ਰਹੀ ਹੈ ਵੀ ਉਹਦਾ ਤਾਂ ਕੋਈ ਕਸੂਰ ਹੀ ਨਹੀਂ ਸੀ, ਉਹ ਤਾਂ 12 ਕਿਲੋਮੀਟਰ ਦੂਰ ਸੀ, ਹਿੰਸਾ ਕਿਤੇ ਹੋਰ ਹੋਈ, ਗੱਲ ਕਿਤੇ ਹੋਰ ਸੀ, ਇਸ ਤਰ੍ਹਾਂ ਦਾ ਉਹ ਇਹ ਚੱਲ ਰਹੀ ਹੈ। ਕਿ ਲੋਕ ਉੱਥੇ ਪਿਕਨਿਕ ਮਨਾਉਣ ਥੋੜੀ ਗਏ ਹੈਗੇ, ਰਾਤ ਸੜਕ ਦੇ ਉੱਤੇ ਗੁਜ਼ਾਰਨੀ ਕੋਈ ਸੌਖਾ ਕੰਮ ਹੈ। ਤੇ ਇਹ ਚੀਜ਼ਾਂ ਸਰਕਾਰਾਂ ਨੂੰ ਸਮਝ ਨਹੀਂ ਆ ਰਹੀਆਂ। ਅਸਲ 'ਚ ਕੀ ਹੁੰਦਾ ਕਿ ਜਦੋਂ ਬੰਦਾ ਸੱਤਾ ਦੇ ਨਸ਼ੇ 'ਚ ਹੁੰਦਾ ਨਾ, ਉਹਨੂੰ ਇਹ ਜਿਹੀਆਂ ਚੀਜ਼ਾਂ ਦਿਖਦੀਆਂ ਹੀ ਨਹੀਂ। ਫਿਰ ਅੱਗੇ ਫਿਊਲ ਦੇਣ ਵਾਲੇ ਬਹੁਤ ਹੁੰਦੇ ਨੇ, ਪੋਲੀਟੀਕਲ ਪਾਰਟੀਆਂ ਦੇ ਲੋਕ ਜਿਹੜੇ ਹੈਗੀਆਂ ਨੇ, ਉਹ ਕਰੀ ਜਾਣਗੀਆਂ ਇਹ ਪੰਜਾਬ ਨਹੀਂ ਹੈ, ਇਹ ਹਰਿਆਣਾ ਹੈ, ਇੱਥੇ ਪਤਾ ਲੱਗ ਜਾਏਗਾ ਕੀ ਹੈ। ਇਹ ਕੀ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ? ਤੁਹਾਡਾ ਕੰਮ ਹੈ ਯਾਰ ਮਾਹੌਲ ਨੂੰ ਸ਼ਾਂਤ ਕਰੋ। ਤੁਹਾਨੂੰ ਫਿਊਲ ਪਾ ਰਹੇ ਹੋ, ਤਾਂ ਜਦੋਂ ਤੁਸੀਂ ਮਤਲਬ ਬਲਦੀ ਅੱਗ 'ਚ ਹੋਰ ਤੇਲ ਪਾਓਗੇ ਤਾਂ ਉਹ ਪਾਂਬੜੀ ਮੱਚੇਗਾ, ਉਹ ਸ਼ਾਂਤ ਨਹੀਂ ਹੋਏਗਾ। ਜੇ ਸਾਡੇ ਕੋਲ ਇੱਥੇ ਸਿਸਟਮ ਹੋਣ ਇਹ ਵੀ ਯਾਰ ਜਿਹੜਾ ਸਾਡਾ ਮੇਰਾ MLA ਜਾਂ MP ਗਲਤ ਕਰ ਰਿਹਾ ਹੈ, ਉਹਨੂੰ ਸਾਡੇ ਕੋਲ ਰੀਕਾਲ ਕਰਨ ਦਾ ਸਿਸਟਮ ਹੋਵੇ, ਤਾਂ ਤੁਹਾਨੂੰ ਵੀ ਹੁਣ ਤੱਕ ਲਾ ਲੈਂਦੇ ਨਾ ਲੋਕ। ਸਾਡੇ ਕੋਲ ਤਾਂ ਸਿਸਟਮ ਨਹੀਂ ਹੈ। ਸਾਨੂੰ ਵੇਟ ਕਰਨੀ ਪਊਗੀ 2024 ਦੀ, ਸਾਨੂੰ ਵੇਟ ਕਰਨੀ ਪਊਗੀ 2022 ਦੀ। ਕੀ ਹੁਣ ਇਹ ਮੰਨਿਆ ਜਾ ਸਕਦਾ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਨੇ ਜਾਂ ਸਸਪੈਂਡ ਹੋਣੇ ਨੇ, ਜਾਂ ਜੋ ਵੀ ਖੇਤੀ ਕਾਨੂੰਨਾਂ ਦਾ ਹੋਣਾ ਹੈ ਉਹ ਇਲੈਕਸ਼ਨਸ ਤੇ ਡਿਪੈਂਡ ਕਰਦਾ? UP ਇਲੈਕਸ਼ਨਸ ਤੋਂ ਬਾਅਦ ਕੋਈ ਡਿਸੀਜਨ ਲਿਆ ਜਾ ਸਕਦਾ? ਅੱਜ ਦੀ ਸਥਿਤੀ ਇਹੀ ਹੈ, ਅੱਜ ਦੀ ਸਥਿਤੀ ਇਹੀ ਹੈ। ਕੱਲ੍ਹ ਨੂੰ ਕੋਈ ਕੁਝ ਹੋਰ ਹੋਵੇ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਅੱਜ ਦੀ ਸਥਿਤੀ ਇਹੀ ਹੈ ਕਿ ਗਵਰਨਮੈਂਟ ਨੇ ਜਿਵੇਂ ਇਸ ਤਰ੍ਹਾਂ ਦਾ ਰਵੱਈਆ ਅਪਣਾ ਲਿਆ ਕਿ ਠੀਕ ਹੈ, ਕਿਸਾਨ ਬੈਠੇ ਤਾਂ ਬੈਠੇ ਰਹਿਣ, ਨਾ ਕੋਈ ਗੱਲ ਕਰਨ ਦੀ ਲੋੜ ਹੈ ਇਹਨਾਂ ਨਾਲ, ਨਾ ਕੁਝ ਹੋਰ ਕਰਨ ਦੀ, ਆਪਣੇ ਆਪ ਥੱਕ ਹਾਰ ਕੇ ਵਾਪਸ ਚਲੇ ਜਾਣਗੇ ਤੇ ਕੋਈ ਲੋੜ ਨਹੀਂ ਇਹਨਾਂ ਨਾਲ ਗੱਲ ਕਰਨ ਦੀ। ਠੀਕ ਹੈ, ਸੋ ਉਸ ਕਿਉਂਕਿ ਹੁਣ 24 ਪਿਆ, ਹਜੇ 21 ਹੋਇਆ, 3 ਸਾਲ ਪਏ ਆ, ਤਾਂ ਉਹਨਾਂ ਨੂੰ ਇਹ ਲੱਗ ਰਿਹਾ ਹੈ ਵੀ 3 ਸਾਲ ਦੇ ਵਿੱਚ ਇਹ ਵੈਸੇ ਹੀ ਥੱਕ ਹਾਰ ਕੇ ਚਲੇ ਜਾਣਗੇ। ਪਰ ਗਵਰਨਮੈਂਟ ਨੂੰ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਵੀ ਇਹ ਸਮਝ ਨਹੀਂ ਆ ਰਹੀ ਵੀ ਇਹ ਥੱਕਣ ਵਾਲੇ ਲੋਕ ਨਹੀਂ ਹੈਗੇ। ਜੇ ਥੱਕਣ ਵਾਲੇ ਹੁੰਦੇ ਤਾਂ ਫਿਰ ਤਾਂ ਆਜ਼ਾਦੀ ਵੀ ਨਹੀਂ ਸੀ ਆਣੀ। ਸੱਤਾ ਦਾ ਲਾਲਚ ਕਹਿ ਲਓ, ਸਰਕਾਰਾਂ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਵੀ ਹੁਣ ਅਗਲੇ 5 ਸਾਲ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਲੇਕਿਨ ਹੁਣ ਸੱਤਾ ਦਾ ਆਨੰਦ ਮਾਣੋ, ਅਜੇ 3 ਸਾਲ ਪਏ ਹੈ, ਫਿਰ ਦੇਖਾਂਗੇ। ਤਾਂ ਉਹ ਉਸ ਦੇ ਵਿੱਚ ਪਏ ਹੋਏ ਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਇਹਨਾਂ ਨੂੰ ਨੁਕਸਾਨ ਪਹੁੰਚਾਉਣਗੀਆਂ ਸਰਕਾਰ ਨੂੰ। ਤਾਂ ਮੈਨੂੰ ਇਹ ਲੱਗ ਰਿਹਾ ਵੀ ਜਦ ਤੱਕ ਵਿਰੋਧੀ ਧਿਰ ਇਕੱਠੀ ਨਹੀਂ ਹੁੰਦੀ ਨਾ, ਤਾਂ ਤੱਕ ਇਹ ਗੱਲਾਂ ਕਰਨੀਆਂ ਠੀਕ ਨਹੀਂ। ਉਹਨਾਂ ਨੇ ਸੁਪਰੀਮ ਕੋਰਟ ਨੂੰ ਇੱਕ ਚਿੱਠੀ ਲਿਖੀ ਹੈ ਕਿ ਜੋ ਵੀ ਅਸੀਂ ਤੁਹਾਨੂੰ ਕਿਹਾ ਹੈ ਖੇਤੀ ਕਾਨੂੰਨਾਂ ਦੇ ਬਾਰੇ, ਜੋ ਵੀ ਅਸੀਂ ਪੜਤਾਲ ਕੀਤੀ ਹੈ, ਤੁਹਾਨੂੰ ਦੱਸੀ ਹੈ, ਉਹਨੂੰ ਜਾਰੀ ਕਰੋ, ਉਹਨੂੰ ਜਨਤਕ ਕਰੋ। ਇਸ ਦੇ ਸੰਬੰਧ ਚਿੱਠੀ ਲਿਖੀ ਹੈ। ਉਹ ਦੇਖੋ, ਉਹ ਵੀ ਸੇਮ ਉਸੇ ਤਰ੍ਹਾਂ ਦੀ ਹੋਈ ਗੱਲ ਹੈ। ਮਤਲਬ ਇੱਕ ਪਾਸੇ ਤੁਸੀਂ ਦੇਖਿਆ ਹੋਣਾ ਪਹਿਲਾਂ ਸੁਪਰੀਮ ਕੋਰਟ ਦਾ ਹੀ ਚੀਫ ਜਸਟਿਸ ਦਾ ਬਿਆਨ ਆਇਆ ਸੀਗਾ ਕਿ ਜਿਹੜੇ ਇਹ ਅੰਦੋਲਨਰਤ ਕਿਸਾਨ ਨੇ, ਇਹਨਾਂ ਨਾਲ ਗੱਲਬਾਤ ਕਰਕੇ 2 ਹਫ਼ਤੇ ਦੇ ਅੰਦਰ ਅੰਦਰ ਖਤਮ ਕਰੋ, ਰਸਤੇ ਖੋਲੋ ਸਾਰੇ। ਕਿਸਾਨਾਂ ਦੀ ਆਮਦਨ, ਉਹਨਾਂ ਦਾ ਜਿਹੜੇ ਗੁੱਸੇ ਗਿਲੇ ਨੇ, ਸ਼ਿਕਵੇ ਨੇ, ਉਹ ਸਾਰੇ ਦੂਰ ਕਰ ਸਕਦਾ। ਇਸ ਤਰ੍ਹਾਂ ਦੀ ਰਿਪੋਰਟ ਅਸੀਂ ਦਿੱਤੀ ਹੈ। ਤੇ ਫਿਰ ਉਹਨਾਂ ਨੂੰ ਜਦੋਂ ਅਸੀਂ ਇਹ ਕਿਹਾ ਵੀ ਜਿਹੜੇ ਫਾਰਮਰ ਨੇ ਉਹ ਜਿਹੜੇ ਕਾਰਪੋਰੇਟਾਈਜ਼ ਸਿਸਟਮ ਦਾ ਵਿਰੋਧ ਕਰ ਰਹੇ ਹੈ, ਤਾਂ ਉਹਨਾਂ ਨੇ ਇੱਕ ਅੱਛੀ ਦਲੀਲ ਇਹ ਦਿੱਤੀ ਸੀ ਵੀ ਕਾਰਪੋਰੇਟ ਨੂੰ ਸਿਰਫ ਗਾਲਾਂ ਕੱਢਣੀਆਂ ਹੀ ਠੀਕ ਨਹੀਂ, ਤੇ ਪਹਿਲਾਂ ਵੀ ਜਿਹੜੇ ਫਾਰਮਰ ਨੇ ਜਿੰਨਾ ਵੀ ਮਤਲਬ ਉਹ ਕਰਦੇ ਨੇ, ਚਾਹੇ ਉਹਨਾਂ ਦੇ ਟਰੈਕਟਰ ਹੋਣ ਤਾਂ ਵੀ ਕਾਰਪੋਰੇਟਾਂ ਤੋਂ ਹੀ ਆਉਂਦੇ ਨੇ, ਉਹਨਾਂ ਦੇ ਬੀਜ ਹੋਣ ਉਹ ਵੀ ਕਾਰਪੋਰੇਟ ਕੰਪਨੀਆਂ ਬਣਾਉਂਦੀਆਂ ਨੇ, ਉਹਨਾਂ ਦੀ ਖਾਦਾਂ ਹੋਣ ਉਹ ਵੀ ਕਾਰਪੋਰੇਟ ਕੰਪਨੀਆਂ ਬਣਾਉਂਦੀਆਂ ਨੇ, ਉਹਨਾਂ ਦੀ ਦਵਾਈਆਂ ਨੇ ਜਿਹੜੀਆਂ ਉਹ ਛਿਣਕਦੇ ਨੇ ਉਹ ਵੀ ਸਾਰੇ ਕਾਰਪੋਰੇਟ ਕੰਪਨੀਆਂ ਬਣਾਉਂਦੀਆਂ ਨੇ, ਕੋਈ ਸਰਕਾਰੀ ਕੰਪਨੀ ਤਾਂ ਨਹੀਂ ਬਣਾਉਂਦੀ। ਸੇਬ ਦੇ ਬਾਗਵਾਨਾਂ ਨਾਲ ਹੋਇਆ, ਉੱਥੇ ਹੁਣ ਜਿਹੜੇ ਛੋਟੇ ਛੋਟੇ ਵਪਾਰੀ ਸੀ ਖਤਮ ਕਰਤੇ,
ਹੁਣ ਕੇਵਲ ਅਡਾਨੀ ਦਾ ਕਬਜ਼ਾ ਉੱਥੇ ਜਾਂ ਅਡਾਨੀ ਵਰਗੀਆਂ ਹੋਰ ਵੱਡੀਆਂ ਕੰਪਨੀਆਂ। ਹੁਣ ਉਹਨਾਂ ਨੇ 8-10 ਕੰਪਨੀਆਂ ਨੇ ਪੂਲ ਕਰ ਲਿਆ ਕਿ ਆਪਾਂ ਇਸ ਤੋਂ ਉੱਪਰ ਦੇਣਾ ਹੀ ਨਹੀਂ। ਤਾਂ ਇਸੇ ਸਾਲ 'ਚ 16 ਰੁਪਏ ਕਿਲੋ ਰੇਟ ਘਟ ਗਏ ਤਾਂ ਹੁਣ ਉਹ ਕਿਸਾਨ ਰੋ ਰਹੇ ਨੇ। ਇਹ ਹਿਮਾਚਲ ਦੇ ਕਿਸਾਨ ਪੂਰੇ 10 ਮਹੀਨਿਆਂ 'ਚ ਇੱਕ ਦਿਨ ਵੀ ਕਿਸਾਨਾਂ ਨਾਲ ਨਹੀਂ ਉੱਥੇ ਬੈਠੇ। ਹੁਣ ਜਦੋਂ ਖੁਦ ਨੂੰ ਝਟਕਾ ਲੱਗਿਆ ਤਾਂ ਇਹ ਉੱਥੇ ਗਏ। ਸੋ ਅੱਜ ਜਿਹੜੀ ਗੱਲ ਪੰਜਾਬ ਦਾ ਫਾਰਮਰ ਕਰ ਰਿਹਾ ਹੈ ਨਾ, ਜਾਂ ਹਰਿਆਣੇ ਦਾ ਫਾਰਮਰ ਕਰ ਰਿਹਾ, ਜਾਂ ਵੈਸਟਰਨ ਯੂਪੀ ਦਾ ਫਾਰਮਰ ਕਰ ਰਿਹਾ, ਉਹ ਆਪਣੀ ਗੱਲ ਨਹੀਂ ਕਰ ਰਿਹਾ, ਉਹ ਕਿਸਾਨ ਵਰਗ ਦੀ ਗੱਲ ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਮਹਾਪੰਚਾਇਤ ਪਾਰਟ 2 ਦੇ ਬਾਰੇ। ਯਾਨੀ ਕਿ ਮਹਾਪੰਚਾਇਤ ਪਹਿਲੀ ਜਿਹੜੀ ਹੋਈ ਸੀ ਉਹ ਮੁਜ਼ੱਫਰਨਗਰ ਦੇ ਵਿੱਚ ਹੋਈ ਸੀ, ਜਿਸ ਦੇ ਵਿੱਚ 11 ਲੱਖ ਦੇ ਕਰੀਬ ਜਿਹੜਾ ਇਕੱਠ ਹੈ ਉਹ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ। ਔਰ ਦੂਜੀ ਮਹਾਪੰਚਾਇਤ ਕਰਨ ਦੀ ਧਰਤੀ ਕਰਨਾਲ, ਯਾਨੀ ਕਿ ਮਹਾਭਾਰਤ ਦੇ ਕਰਨ ਜਿਹੜੇ ਨੇ ਉੱਥੇ ਦੇ ਵਸਨੀਕ ਸੀ, ਔਰ ਕਰਨਾਲ ਦੇ ਵਿੱਚ ਜਿਹੜੀ ਦੂਜੀ ਮਹਾਪੰਚਾਇਤ ਹੈ ਉਹ ਹੋਈ ਹੈ। ਔਰ ਉੱਥੇ ਦ੍ਰਿਸ਼ ਮਹਾਭਾਰਤ ਤੋਂ ਕੁਝ ਵੀ ਘੱਟ ਨਹੀਂ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ, ਪੂਰੇ ਪ੍ਰਬੰਧ ਕੀਤੇ ਗਏ, ਧਾਰਾ 144 ਪਹਿਲਾਂ ਹੀ ਲਾਗੂ ਕਰ ਦਿੱਤੀ ਗਈ, ਔਰ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਕਿ ਮਾਹੌਲ ਖਰਾਬ ਨਾ ਕੀਤਾ ਜਾਏ, ਜੇ ਕੀਤਾ ਜਾਏਗਾ ਤਾਂ ਸਖਤ ਐਕਸ਼ਨ ਜਿਹੜੇ ਨੇ ਲਏ ਜਾਣਗੇ। ਤਮਾਮ ਇਹਨਾਂ ਗੱਲਾਂ ਦੇ ਬਾਵਜੂਦ ਵੀ ਕਰਨਾਲ ਦੇ ਵਿੱਚ ਭਾਰੀ ਇਕੱਠ ਉਮੜਿਆ। ਔਰ ਜਿਸ ਤਰੀਕੇ ਦੇ ਹਾਲਾਤ ਬਣੇ, ਜਦੋਂ ਮਿਨੀ ਸਕੱਤਰੇਤ ਦਾ ਘਿਰਾਓ, ਹਰਿਆਣਾ ਦੇ ਸਕੱਤਰੇਤ ਦਾ ਘਿਰਾਓ ਕੀਤਾ ਜਾਣਾ ਸੀ, ਤੇ ਉਸ ਤੋਂ ਪਹਿਲਾਂ ਹੀ ਸਰਕਾਰੀ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆਫਰ ਹੈ ਦੇ ਦਿੱਤੀ ਗਈ ਸੀ। ਹਾਲਾਂਕਿ ਸਹਿਮਤੀ ਨਹੀਂ ਬਣ ਪਾਈ ਸੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ, ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ। ਉਸ ਤੋਂ ਬਾਅਦ ਜਿਹੜਾ ਕੂਚ ਹੈ ਉਹ ਮਿਨੀ ਸਕੱਤਰੇਤ ਦੇ ਵੱਲ ਕੀਤਾ ਗਿਆ, ਤੇ ਹੁਣ ਤੱਕ ਜਿਹੜਾ ਡੇਰਾ ਹੈ ਮਿਨੀ ਸਕੱਤਰੇਤ ਦੇ ਵਿੱਚ ਲੱਗਿਆ ਹੋਇਆ ਹੈ। ਇਹਨਾਂ ਮਹਾਪੰਚਾਇਤਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਦੇਸ਼ ਨੂੰ ਰੰਗਤ ਦਿੱਤੀ ਹੈ, ਕਿਸ ਤਰੀਕੇ ਦੇ ਨਾਲ ਦੇਸ਼ ਦੀ ਵਿਵਸਥਾ ਬਦਲੀ ਹੈ, ਜਾਂ ਕਿਸ ਤਰੀਕੇ ਦੇ ਨਾਲ ਬਦਲ ਸਕਦੀ ਹੈ, ਕਿਉਂਕਿ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਮੁਜ਼ੱਫਰਨਗਰ ਮਹਾਪੰਚਾਇਤ ਦੇ ਬਾਰੇ, ਔਰ ਹੁਣ ਕਰਨਾਲ ਮਹਾਪੰਚਾਇਤ ਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਜਿਹੜੇ ਪ੍ਰਭਾਵ ਨੇ ਵੇਖਣ ਨੂੰ ਮਿਲਣਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਸਰ, ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸਰ। ਮਹਾਪੰਚਾਇਤ ਪਾਰਟ 2 ਜਾਂ ਮਹਾਭਾਰਤ, ਕਿਉਂਕਿ ਕਰਨਾਲ ਵੀ ਉਹੀ ਧਰਤੀ ਹੈ ਜਿੱਥੋਂ ਮਹਾਭਾਰਤ ਦੇ ਜਿਹੜੇ ਕਰਨ ਨੇ ਉਹਨਾਂ ਦਾ ਜਨਮ ਹੋਇਆ, ਔਰ ਉੱਥੇ ਹੀ ਰਹਿੰਦੇ ਸੀ। ਔਰ ਜਦੋਂ ਇਹ ਸਾਰਾ ਘਟਨਾਕ੍ਰਮ ਦੇਖਿਆ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਕਰਨ ਆਇਆ ਔਰ ਮਹਾਭਾਰਤ ਆਈ, ਕਿਉਂਕਿ ਇੱਕ ਪਾਸੇ ਸਰਕਾਰ, ਇੱਕ ਪਾਸੇ ਕਿਸਾਨ। ਯੁੱਧ ਤੋਂ ਘੱਟ ਹਾਲਾਤ ਨਹੀਂ ਨੇ, ਬੇਸ਼ੱਕ ਤੀਰ ਤਲਵਾਰ ਨਹੀਂ ਨੇ, ਪਰ ਆਸਾਰ ਪੂਰੇ ਬਣੇ ਹੋਏ ਨੇ ਹਿੰਸਾ ਹੋਣ ਦੇ। ਹੁਣ ਇਹ ਮਹਾਪੰਚਾਇਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਭਾਵ ਹੈ ਉਹ ਪਾ ਸਕਦੀਆਂ ਨੇ? ਦੇਖੋ, ਸਵਾਲ ਇਹ ਨਹੀਂ ਹੈ ਕਿ ਵੀ ਲੋਕ ਉਹ ਇਕੱਠੇ ਹੋ ਰਹੇ ਹੈ ਜਾਂ ਨਹੀਂ ਇਕੱਠੇ ਹੋ ਰਹੇ। ਸਵਾਲ ਇਸ ਗੱਲ ਦਾ ਹੈ ਕਿ ਲੋਕ ਇਕੱਠੇ ਕਿਉਂ ਹੋ ਰਹੇ ਆ। ਜਦੋਂ ਮਤਲਬ ਉਹਨਾਂ ਦਾ ਇੱਕ ਸਿੰਪਲ ਜੀ ਡਿਮਾਂਡ ਹੈ ਕਿ ਜਿਹੜਾ SDM ਲੋਕਾਂ ਦੇ ਸਿਰ ਤੋੜਨ ਦੀ ਗੱਲ ਕਰ ਰਿਹਾ ਹੈ, ਉਸ SDM ਨੂੰ ਸਸਪੈਂਡ ਕੀਤਾ ਜਾਏ ਤੇ ਉਹਦੇ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਜਾਏ। ਸਿੰਪਲ, ਇਸ ਤੋਂ ਇਲਾਵਾ ਤਾਂ ਕੋਈ ਗੱਲ ਹੀ ਨਹੀਂ ਹੈ। ਸਰਕਾਰ ਹੁਣ ਇਹ ਕਹਿ ਰਹੀ ਹੈ ਵੀ ਉਹਦਾ ਤਾਂ ਕੋਈ ਕਸੂਰ ਹੀ ਨਹੀਂ ਸੀ, ਉਹ ਤਾਂ 12 ਕਿਲੋਮੀਟਰ ਦੂਰ ਸੀ, ਹਿੰਸਾ ਕਿਤੇ ਹੋਰ ਹੋਈ, ਗੱਲ ਕਿਤੇ ਹੋਰ ਸੀ, ਇਸ ਤਰ੍ਹਾਂ ਦਾ ਉਹ ਇਹ ਚੱਲ ਰਹੀ ਹੈ। ਹੁਣ ਅਸਲੀ ਜਿਹੜੀ, ਜੇ ਤਾਂ ਜਦੋਂ ਹਜ਼ੂਮ ਹੋ ਜਾਂਦਾ ਇਕੱਠਾ, ਉਦੋਂ ਇਹ ਨਹੀਂ ਹੁੰਦਾ ਫਿਰ ਕਿ ਕਿਸ ਦਿਸ਼ਾ ਵੱਲ ਜਾਣਾ। ਉਦੋਂ ਹੁੰਦਾ ਕਿ ਬਈ ਇੱਕ ਵਾਰੀ ਤਾਂ ਇਹਨਾਂ ਨੂੰ ਸ਼ਾਂਤ ਕਰੋ, ਆਪਣੇ ਆਪਣੇ ਘਰੇ ਚਲੇ ਜਾਓ, ਫਿਰ ਬਾਅਦ 'ਚ ਦੇਖਾਂਗੇ। ਹੁਣ ਉਹਨੂੰ ਸਿੰਪਲ ਸੀ ਵੀ ਅਗਰ, ਕਿਉਂਕਿ ਖੁਦ ਮੁੱਖ ਮੰਤਰੀ ਨੇ ਇੱਥੇ ਆ ਕੇ ਕਿਹਾ, ਚੰਡੀਗੜ੍ਹ ਪ੍ਰੈਸ ਕਲੱਬ 'ਚ ਉਹਨਾਂ ਨੇ ਕਿਹਾ ਕਿ ਜੋ SDM ਨੇ ਕਿਹਾ ਉਹ ਸਹੀ ਨਹੀਂ ਸੀ। ਇਟ ਮੀਨਸ ਜਦੋਂ ਖੁਦ ਮੁੱਖ ਮੰਤਰੀ ਮੰਨ ਰਿਹਾ ਕਿ ਠੀਕ ਨਹੀਂ ਸੀ ਤਾਂ ਸਸਪੈਂਡ ਕਿਉਂ ਨਹੀਂ ਕੀਤਾ? ਤੁਸੀਂ ਸਸਪੈਂਡ ਕਰੋ, ਬੰਦੇ ਸ਼ਾਂਤ ਹੋ ਜਾਣਗੇ। ਮਤਲਬ ਤੁਸੀਂ ਖੁਦ ਹੀ ਮਤਲਬ ਉਹ ਕਰ ਰਹੇ ਹੋ ਨਾ, ਉਹਨਾਂ ਨੂੰ ਵਧਾ ਦੇ ਰਹੇ ਹੋ। ਜਿਵੇਂ ਇਹਦਾ ਫਿਊਲ ਹੁੰਦਾ ਨਾ, ਇੱਕ ਤੁਸੀਂ ਅੱਗ ਦੇ ਉੱਤੇ ਦੁੱਧ ਰੱਖਦਾ ਹੁੰਦਾ, ਥੱਲੇ ਤੁਸੀਂ ਅੱਗ ਬਾਲੀ ਜਾ ਰਹੇ ਹੋ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਦੁੱਧ ਨਾ ਉਬਲੇ। ਇਸ ਤਰ੍ਹਾਂ ਕਿਵੇਂ ਹੋਊਗਾ? ਇਹ ਸੰਭਵ ਹੈ? ਤੁਸੀਂ ਭਾਈ ਅੱਗ ਨੂੰ ਕੱਢ ਦਿਓ, ਦੁੱਧ ਥੱਲੇ ਆ ਜਾਏਗਾ। ਕਿੰਨੀ ਵੱਡੀ ਗੱਲ ਹੁੰਦੀ ਹੈ ਇਹ, ਮਤਲਬ ਉਹ ਕਰਨ ਵਾਸਤੇ। ਇਹਦਾ ਮਤਲਬ ਤੁਹਾਨੂੰ ਇੱਕ ਗਲਤ ਅਫਸਰ ਦਾ ਰਵੱਈਆ ਠੀਕ ਲੱਗ ਰਿਹਾ ਹੈ, ਪਰ ਲੋਕ ਗਲਤ ਲੱਗ ਰਹੇ ਨੇ ਜਿੰਨੇ ਇੰਨੇ ਵੱਡੇ ਨੇ। ਇਹ ਚੀਜ਼ਾਂ ਦੋਨੋਂ ਇਕੱਠੀਆਂ ਨਹੀਂ ਚੱਲ ਸਕਦੀਆਂ। ਇਹ ਦੋਨੋਂ ਮਤਲਬ ਜਿਹੜੀਆਂ ਹੈਗੀਆਂ ਨੇ, ਜੋ ਵੀ ਉੱਥੇ ਮਤਲਬ ਕਰਨਾਲ ਦੇ ਵਿੱਚ ਹੁਣ ਹੋ ਰਿਹਾ, ਤੁਸੀਂ ਦੇਖੋ ਕੱਲ 30-40 ਹਜ਼ਾਰ ਬੰਦਾ ਇਕੱਠਾ ਹੋਇਆ ਪਿਆ ਉੱਥੇ। ਸਾਰਿਆਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਕਰ ਦਾਂਗੇ, ਉਹ ਕਰ ਦੋਗੇ, ਕਰ ਦਿਓ। ਤੁਸੀਂ ਮਾਰਨਾ ਮਾਰੋ, ਗੋਲੀ ਮਾਰੋ, ਤਲਵਾਰਾਂ ਚਲਾਓ, ਲਾਠੀਆਂ ਭਾਂਜੋ, ਜੋ ਮਰਜ਼ੀ ਕਰੋ, ਅਸੀਂ ਤਾਂ ਅੱਗੇ ਜਾਣਾ।
ਔਰ ਉਹਨੂੰ ਤੁਹਾਡਾ ਜਿਹੜਾ ਮਿਨੀ ਸੈਕਟਰੀਏਟ ਹੈ ਉਹਨੂੰ ਘੇਰ ਲੈਣਾ। ਔਰ ਉਹ ਗਏ, ਉਹਨਾਂ ਨੇ 2 ਬੈਰੀਕੇਡ ਤੋੜੇ, ਉਹਨਾਂ ਤੇ ਪਾਣੀ ਦੀਆਂ ਜਲ ਤੋਪਾਂ ਮਾਰੀਆਂ, ਉਹਨਾਂ ਨੇ ਕਿਆ ਮਾਰ ਲਓ ਤਾਂ ਕੀ ਆ, ਫਿਰ ਅੱਗੇ ਵੱਧ ਗਏ। ਔਰ ਕੱਲ ਰਾਤ ਤੁਸੀਂ ਦੇਖੋ ਹੁਣ ਉਹ ਜਾ ਕੇ ਘੇਰਾ ਪਾ ਕੇ ਬੈਠ ਗਏ। ਕਿ ਲੋਕ ਉੱਥੇ ਪਿਕਨਿਕ ਮਨਾਉਣ ਥੋੜੀ ਗਏ ਹੈਗੇ ਆ। ਰਾਤ ਸੜਕ ਦੇ ਉੱਤੇ ਗੁਜ਼ਾਰਨੀ ਕੋਈ ਸੌਖਾ ਕੰਮ ਹੈ? ਤੇ ਇਹ ਚੀਜ਼ਾਂ ਸਰਕਾਰਾਂ ਨੂੰ ਸਮਝ ਨਹੀਂ ਆ ਰਹੀਆਂ। ਅਸਲ 'ਚ ਕੀ ਹੁੰਦਾ ਕਿ ਜਦੋਂ ਬੰਦਾ ਸੱਤਾ ਦੇ ਨਸ਼ੇ 'ਚ ਹੁੰਦਾ ਨਾ, ਉਹਨੂੰ ਇਹ ਜਿਹੀਆਂ ਚੀਜ਼ਾਂ ਦਿਖਦੀਆਂ ਹੀ ਨਹੀਂ ਹੈ। ਫਿਰ ਅੱਗੇ ਫਿਊਲ ਦੇਣ ਵਾਲੇ ਬਹੁਤ ਹੁੰਦੇ ਨੇ, ਪੋਲੀਟੀਕਲ ਪਾਰਟੀਆਂ ਦੇ ਲੋਕ ਜਿਹੜੇ ਹੈਗੀਆਂ ਨੇ ਉਹ ਕਰੀ ਜਾਣਗੀਆਂ ਇਹ ਪੰਜਾਬ ਨਹੀਂ ਹੈ, ਇਹ ਹਰਿਆਣਾ ਹੈ, ਇੱਥੇ ਪਤਾ ਲੱਗ ਜਾਏਗਾ ਕੀ ਹੋਇਆ। ਇਹ ਕੀ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ? ਤੁਹਾਡਾ ਕੰਮ ਹੈ ਯਾਰ ਮਾਹੌਲ ਨੂੰ ਸ਼ਾਂਤ ਕਰੋ। ਤੁਸੀਂ ਤੁਹਾਨੂੰ ਫਿਊਲ ਪਾ ਰਹੇ ਹੋ, ਤਾਂ ਜਦੋਂ ਤੁਸੀਂ ਮਤਲਬ ਬਲਦੀ ਅੱਗ 'ਚ ਹੋਰ ਤੇਲ ਪਾਓਗੇ ਤਾਂ ਉਹ ਪੰਬੜੀ ਮੱਚੇਗਾ, ਉਹ ਸ਼ਾਂਤ ਨਹੀਂ ਹੋਏਗਾ। ਤੁਸੀਂ ਮਾਰ ਲੋਗੇ ਤਾਂ ਮਾਰਨ ਨਾਲ ਕੋਈ ਉਹ ਥੋੜਾ ਹੋ ਜਾਂਦਾ ਹੈ। ਬਈ ਤੁਸੀਂ ਜਿਹੜੇ ਉੱਥੇ ਕਰਨਾਲ ਦੇ ਵਿੱਚ ਪਹਿਲਾਂ ਜਦੋਂ ਲਾਠੀਆਂ ਨਾਲ ਕੁੱਟਿਆ ਉਹ ਤਾਂ ਕੁਝ ਕੁ ਕਿਸਾਨ ਹੀ ਸੀ ਨਾ, 100 200 500 ਕਿਸਾਨ ਹੀ ਹੋਏਗਾ। ਅੱਜ 50,000 ਹੈ ਤਾਂ ਉਹ ਸ਼ਾਂਤ ਹੋ ਗਿਆ ਤੁਹਾਡੇ ਮਾਰਨ ਨਾਲ। ਮਾਰਨ ਨਾਲ ਕੋਈ ਕਦੀ ਸ਼ਾਂਤੀ ਹੁੰਦੀ ਹੈ? ਸ਼ਾਂਤੀ ਤਾਂ ਹੋਊਗੀ ਜੋ ਚੀਜ਼ਾਂ ਗਲਤ ਹੋਈਆਂ ਉਹਨੂੰ ਠੀਕ ਕਰਨ ਨਾਲ। ਜੇ ਉਹ ਉੱਥੇ 3 ਖੇਤੀ ਕਾਨੂੰਨ ਬਣੇ ਹੈ, ਉਹਨਾਂ ਨੇ ਕਿਹਾ ਵੀ ਅਸੀਂ ਰੱਦ ਕਰੋ, ਉਹ ਰੱਦ ਕੀਤੇ ਬਿਨਾ ਨਹੀਂ ਹੋਣਾ ਤਾਂ ਉਹ ਹੋਏਗਾ ਹੀ, ਉਹ ਕਰਨਾ ਹੀ ਪਏਗਾ। ਤੁਸੀਂ ਇਹ ਨਹੀਂ ਕਹਿ ਸਕਦੇ ਹੁਣ ਕਿ ਗਵਰਨਮੈਂਟ ਕਹਿੰਦੀ ਵੀ ਕਾਨੂੰਨ ਨਹੀਂ ਰੱਦ ਹੋ ਸਕਦੇ, ਤੁਸੀਂ ਸਾਰਾ ਬਦਲਾਓ ਜਿੰਨਾ ਮਰਜ਼ੀ ਕਰਵਾ ਲਓ। ਕਿਉਂ ਨਹੀਂ ਹੋ ਸਕਦਾ? ਵੀ ਤੁਸੀਂ ਬਣਾਏ ਹੀ ਗਲਤ ਨੇ, ਤੁਹਾਨੂੰ ਕਾਨੂੰਨ ਬਣਾਉਣ ਦਾ ਰਾਈਟ ਨਹੀਂ ਸੀ, ਤੁਸੀਂ ਬਣਾਤੇ ਤੇ ਰੱਦ ਕਿਉਂ ਨਹੀਂ ਹੋਣਗੇ? ਫਿਰ ਰੱਦ ਤਾਂ ਹੋਣਗੇ, ਤੁਸੀਂ ਨਹੀਂ ਕਰੋਗੇ ਤਾਂ ਅਗਲੀ ਸਰਕਾਰ ਆ ਕੇ ਕਰ ਦੇਗੀ। ਕਰੇਗੀ ਤਾਂ ਸਹੀ, ਕੋਈ ਵੀ ਕਰੇਗੀ। ਸਰਕਾਰ ਲੋਕਾਂ ਦੀ ਹੈ, ਠੀਕ ਹੈ ਕਿ ਤੁਹਾਨੂੰ ਇਸ ਟਾਈਮ ਕੋਈ ਰੀਕਾਲ ਦਾ ਸਾਡੇ ਕੋਲ ਸਿਸਟਮ ਨਹੀਂ ਹੈ, ਨਹੀਂ ਤਾਂ ਤੁਹਾਨੂੰ ਵਾਪਸ ਬੁਲਾਇਆ ਹੁੰਦਾ ਹੁਣ ਤੱਕ। ਜੇ ਸਾਡੇ ਕੋਲ ਇੱਥੇ ਸਿਸਟਮ ਹੋਣ ਇਹ ਵੀ ਯਾਰ ਜਿਹੜਾ ਸਾਡਾ ਮੇਰਾ MLA ਜਾਂ MP ਗਲਤ ਕਰ ਰਿਹਾ ਹੈ ਉਹਨੂੰ ਸਾਡੇ ਕੋਲ ਰੀਕਾਲ ਕਰਨ ਦਾ ਸਿਸਟਮ ਹੋਵੇ ਤਾਂ ਤੁਹਾਨੂੰ ਵੀ ਹੁਣ ਤੱਕ ਲਾ ਲੈਂਦੇ ਨਾ ਲੋਕ। ਸਾਡੇ ਕੋਲ ਤਾਂ ਸਿਸਟਮ ਨਹੀਂ ਹੈ, ਸਾਨੂੰ ਵੇਟ ਕਰਨੀ ਪਊਗੀ 2024 ਦੀ, ਸਾਨੂੰ ਵੇਟ ਕਰਨੀ ਪਊਗੀ 2022 ਦੀ, ਤਾਂ ਗੱਲ ਬਣੂਗੀ। ਹੁਣ ਲੋਕ ਵੇਟ ਕਰ ਰਹੇ ਆ ਔਰ ਉਦੋਂ ਤੱਕ ਉਹ ਬੈਠ ਗਏ ਉੱਥੇ, ਉਹ ਕਹਿੰਦੇ ਵੀ ਅਸੀਂ ਬੈਠੇ ਹਾਂ ਇੱਥੇ, ਸਾਡੇ 600 ਬੰਦਾ ਮਰ ਗਿਆ, 6000 ਮਰ ਜਾਏਗਾ, ਅਸੀਂ ਇੱਥੇ ਬੈਠੇ ਹਾਂ। ਇਹ ਹੁਣ ਸਰਕਾਰ ਨੇ ਸੋਚਣਾ ਹੈ ਕਿ ਬਈ ਜਿਹੜੇ ਇਹ ਲੋਕ ਨੇ ਇਹਨਾਂ ਲਈ ਹੁਣ ਸਰਕਾਰ ਕਰ ਰਹੀ ਹੈ, ਅਸੀਂ ਇਹਨਾਂ ਲਈ ਕਰ ਰਹੇ ਹਾਂ। ਉਹ ਤਾਂ ਉੱਥੇ ਬੈਠੇ ਆ, ਬੰਦੇ ਨਾਰਾਜ਼ ਹੋ ਕੇ ਬੈਠੇ ਆ, ਤੁਸੀਂ ਕਹੀ ਨਾ ਅਸੀਂ ਤੁਹਾਡੇ ਚੰਗੇ ਭਲੇ ਵਾਸਤੇ ਕਰ ਰਹੇ ਹਾਂ। ਤਾਂ ਦੋਨੋਂ ਚੀਜ਼ਾਂ ਦੀ ਕੰਟਰਾਡਿਕਸ਼ਨ ਹੈ। ਕਾਨੂੰਨ ਕਿਸਾਨਾਂ ਲਈ ਬਣਾਏ ਨੇ, ਇਹ ਸਰਕਾਰ ਕਹਿ ਰਹੀ ਹੈ। ਕਿਸਾਨ ਕਹਿ ਰਿਹਾ ਵੀ ਸਾਡੇ ਲਈ ਇਹ ਘਾਤਕ ਨੇ, ਮਾਰੂ ਨੇ, ਸਾਨੂੰ ਇਹ ਠੀਕ ਨਹੀਂ ਲੱਗਦੇ। ਤਾਂ ਉਹ ਜਿਹੜੀ ਚੀਜ਼ ਉਹਨਾਂ ਲਈ ਮਾਰੂ ਹੈ, ਤੁਸੀਂ ਕਿਉਂ ਕਹਿ ਰਹੇ ਹੋ ਵੀ ਉਹਨਾਂ ਲਈ ਅਸੀਂ ਬਣਾ ਕੇ ਤੁਹਾਨੂੰ ਦੇਵਾਂਗੇ? ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਨੂੰ ਲੱਗਦਾ ਕਿ ਚਰਚਾ ਹੋਣੀ ਚਾਹੀਦੀ ਹੈ ਔਰ ਸਰਕਾਰ ਤਾਂ ਕਰੇਗੀ ਨਹੀਂ। ਸਰਕਾਰ ਬਹੁਤ ਢੀਠ ਹੋ ਕੇ ਬੈਠੀ ਹੈ, ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਬੰਦੇ 600 ਮਰ ਗਏ, 500 ਮਰ ਗਏ, ਕੋਈ ਮਰ ਗਿਆ। ਵੋਟ ਬੈਂਕ ਦਾ ਵੀ ਸਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੁਜ਼ੱਫਰਨਗਰ 'ਚ ਹੋਇਆ, ਪੰਜਾਬ 'ਚ ਸਰਕਾਰ ਬਣਾਉਣ ਬਾਰੇ ਸੋਚਿਆ। ਨਹੀਂ, ਇਹ ਤੁਹਾਡਾ ਮੰਨਣਾ ਗਲਤ ਹੈ। ਉਹ ਫਰਕ ਪੈਂਦਾ ਉਹਨਾਂ ਨੂੰ। ਉਹ ਕਹਿ ਰਹੇ ਹੈ ਵੀ ਸਾਨੂੰ ਬਹੁਤ ਅੱਛਾ ਹੈ ਕਿ ਪੋਲਰਾਈਜੇਸ਼ਨ ਹੋ ਰਹੀ ਹੈ। ਸਮਝੋ ਗੱਲ ਨੂੰ। ਅੱਜ ਦੀ ਡੇਟ ਦੇ ਵਿੱਚ ਜਾਂ ਤਾਂ ਬੰਦੇ 3 ਖੇਤੀ ਕਾਨੂੰਨਾਂ ਦੇ ਹੱਕ 'ਚ ਨੇ ਜਾਂ ਵਿਰੋਧ 'ਚ ਨੇ। ਹੁਣ ਪੋਲਰਾਈਜੇਸ਼ਨ ਹੋ ਗਈ। ਜਿੰਨਾ ਸ਼ਹਿਰੀ ਤਬਕਾ ਹੈ ਜਾਂ ਇੱਕ ਹਿੰਦੂ ਮਾਈਂਡਸੈਟ ਦਾ ਬੰਦਾ ਹੈ, ਉਹ ਇੱਕ ਪਾਸੇ ਹੋ ਗਿਆ, ਮੋਦੀ ਦੇ ਗੁਣਗਾਨ ਕਰ ਰਿਹਾ ਹੈ, ਉਹ ਇੱਕ ਪਾਸੇ ਹੋ ਗਿਆ, ਦੂਜੇ ਇੱਕ ਪਾਸੇ ਹੋ ਗਏ। ਲੇਕਿਨ ਦੂਜਿਆਂ ਨੂੰ ਹਜੇ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਥੇ ਜਾਈਏ। ਉਹ ਇਕੱਠੇ ਤਾਂ ਹੋ ਗਏ ਹੈ, ਇਕੱਠੇ ਹੋ ਕੇ ਪਾਈਏ ਕਿਹਨੂੰ? ਉੱਥੇ ਸਮਾਜਵਾਦੀ ਪਾਰਟੀ ਨੂੰ ਪਾਈਏ, ਉੱਥੇ ਬਸਪਾ ਨੂੰ ਪਾਈਏ, ਉੱਥੇ ਕਾਂਗਰਸ ਨੂੰ ਪਾਈਏ, ਜਾਂ ਉੱਥੇ ਕਿਹੜੀ ਪਾਰਟੀ ਹੈ ਜਿਹੜੀ ਸਾਨੂੰ BJP ਨੂੰ ਹਰਾ ਸਕਦੀ ਹੈ? ਇਹ ਹਜੇ ਤੱਕ ਉਹ ਤੈਅ ਨਹੀਂ ਕਰ ਪਾਏ। ਤਾਂ ਸਰਕਾਰ ਇਹ ਦੇਖ ਰਹੀ ਹੈ ਵੀ ਇਹ ਜਿਹੜਾ ਵੋਟ ਹੈ, ਚਾਹੇ ਇਕੱਠਾ ਹੋ ਗਿਆ, ਤੁਸੀਂ ਕਹੋ 11 ਲੱਖ ਹੋ ਗਏ, 12 ਲੱਖ ਹੋ ਗਏ, 50 ਲੱਖ ਹੋ ਗਏ, ਇਹਦੇ ਨਾਲ ਨਹੀਂ ਕੋਈ ਫਰਕ। ਇਹ ਲੋਕ ਵੋਟ ਕਰਨਗੇ ਕਿਹਨੂੰ, ਇਹ ਇੰਪੋਰਟੈਂਟ ਹੈ। ਮੇਰੀ ਗੱਲ ਸਮਝ ਲਓ। ਜਦ ਤੱਕ ਇਹ ਚੀਜ਼ ਕਲੀਅਰ ਨਹੀਂ ਹੁੰਦੀ ਕਿ ਇਹ ਸਾਰੇ ਦਾ ਸਾਰਾ ਵੋਟ ਬੈਂਕ ਇੱਕ ਦਿਸ਼ਾ ਵੱਲ ਜਾਏਗਾ ਔਰ ਇਸ ਪਾਰਟੀ ਨੂੰ ਪਾ ਦੇਗਾ, ਉਹ ਕੋਈ ਹੋਏ, A B C D E F ਜੋ ਮਰਜ਼ੀ ਪਾਰਟੀ ਹੋਵੇ, ਉਹ ਜਦ ਤੱਕ ਨਹੀਂ ਹੋਏਗਾ
ਤਾਂ ਤੱਕ ਉਹ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਇਹ ਸਰਕਾਰ ਇਹ ਤਾਂ ਮੰਨਦੀ ਹੈ ਕਿ ਹਾਂ ਸਾਨੂੰ ਇਸ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਦਾ ਖਿੱਤਾ ਹੈ ਜਿਹਦੇ 'ਚ ਕੋਈ 16-17 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਲੋਕ ਸਭਾ ਦੀਆਂ ਨੇ ਔਰ 100-125 ਸੀਟ ਜਿਹੜੀ ਹੈ ਉਹ ਵਿਧਾਨ ਸਭਾ ਦੀ ਹੈ। ਇਸ 'ਤੇ ਡੈਂਟ ਪੈ ਗਿਆ। ਮਤਲਬ ਇਹ ਸਾਨੂੰ ਇਹਦੇ ਵਿੱਚੋਂ ਜੇ ਸਾਨੂੰ ਪਹਿਲਾਂ ਮੈਕਸੀਮਮ ਆਈਆਂ ਹੋਈਆਂ ਨੇ ਤਾਂ ਹੁਣ ਮਿਨੀਮਮ ਰਹਿ ਜਾਣਗੀਆਂ, ਪਰ ਬਾਕੀ ਦਾ ਜਿਹੜਾ ਏਰੀਆ ਹੈਗਾ ਅਸੀਂ ਉੱਥੋਂ ਲੈ ਲਾਂਗੇ ਵੋਟਾਂ। ਵੋਟਾਂ ਦੇਖੋ ਸਰਕਾਰ ਤਾਂ ਉਹਦੀ ਬਣਨੀ ਹੈ ਜਿਹਦੇ ਕੋਲ ਇੱਕ ਪਾਰਟਿਕੂਲਰ ਨੰਬਰ ਹੈ, ਠੀਕ ਹੈ। ਮੰਨ ਲਓ ਇੱਥੇ 480 ਦੀ ਉਹ ਹੈਗੀ ਹੈ ਮੈਜੋਰਟੀ, ਟੋਟਲ ਸੀਟਾਂ 480 ਨੇ। ਹੁਣ ਜਿਹਦੇ ਕੋਲ 241 ਨੇ ਉਹਦੀ ਸਰਕਾਰ ਬਣ ਜਾਣੀ ਹੈ ਨਾ। ਹੁਣ 241 ਕੌਣ ਲੈ ਕੇ ਜਾਏਗਾ, ਇਸ ਦਾ ਹੀ ਖੇਲ ਹੈ ਸਾਰਾ। ਕਿਸੇ ਨੇ ਇਹ ਨਹੀਂ ਦੇਖਣਾ ਕਿ ਤੁਹਾਨੂੰ 20% ਵੋਟਾਂ ਮਿਲੀਆਂ ਨੇ ਕਿ 40% ਵੋਟਾਂ ਮਿਲੀਆਂ ਨੇ, 80% ਵੋਟਾਂ, ਇਹ ਕੋਈ ਦੇਖਦਾ ਹੀ ਨਹੀਂ। ਅੱਜ ਦੀ ਡੇਟ 'ਚ ਇਹਨੂੰ ਇੱਦਾਂ ਸਮਝ ਲਓ, ਨਰਿੰਦਰ ਮੋਦੀ ਹੋਰਾਂ ਨੂੰ 32% ਵੋਟਾਂ ਮਿਲੀਆਂ ਹੋਈਆਂ ਨੇ ਪੂਰੇ ਕੰਟਰੀ 'ਚੋਂ, 32% ਨੇ, ਪਰ ਸੀਟਾਂ 303 ਨੇ, ਠੀਕ ਹੈ ਕਿ ਨਹੀਂ। ਹੁਣ ਇਹ ਜਿਹੜੇ 68% ਲੋਕ ਨੇ ਉਹ ਤਾਂ ਮਾਈਨੋਰਿਟੀ 'ਚ ਨੇ, ਜਿਹੜੇ 32% ਲੋਕ ਨੇ ਉਹ ਮੈਜੋਰਿਟੀ 'ਚ ਨੇ। ਇਹ ਕੀ ਹੈ ਕਿ ਜਿਹੜੇ 68% ਲੋਕ ਨੇ ਉਹ ਕਈ ਹਿੱਸਿਆਂ 'ਚ ਵੰਡੇ ਹੋਏ ਨੇ, 7, 8, 10, 15 ਹਿੱਸਿਆਂ 'ਚ ਵੰਡੇ ਹੋਏ ਨੇ। ਕਿਸੇ ਕੋਲ 5% ਹੈ, ਕਿਸੇ ਕੋਲ 2% ਹੈ, ਕਿਸੇ ਕੋਲ 1% ਹੈ, ਕਿਸੇ ਕੋਲ 27% ਹੈ। ਇਸ ਤਰ੍ਹਾਂ ਉਹ ਇਕੱਲੇ ਇਹੋ ਜਿਹੇ ਨੇ ਜਿਨ੍ਹਾਂ ਕੋਲੇ 32% ਹੈ ਔਰ ਉਹਨੇ ਉਹ ਸੀਟਾਂ ਜਿੱਤ ਲਈਆਂ ਉਸ ਹਿਸਾਬ ਨਾਲ। ਇਸ ਤਰ੍ਹਾਂ ਹੀ ਜਿਹੜਾ ਹੈਗਾ ਇੱਥੇ ਵੀ ਯੂਪੀ ਦੇ ਵਿੱਚ ਜਦ ਤੱਕ ਇਹ 68% ਲੋਕ ਨੇ ਇਹ ਇਕੱਠੇ ਹੋ ਕੇ ਇੱਕ ਪਾਰਟੀ ਨੂੰ ਵੋਟ ਨਹੀਂ ਕਰਦੇ ਤਾਂ ਤੱਕ ਇਹ ਦੁਵਿਧਾ ਬਣੀ ਰਹੇਗੀ, ਤਾਂ ਤੱਕ ਸਰਕਾਰ ਹਿੱਲੇਗੀ ਨਹੀਂ। ਜਦੋਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ, ਜਿਸ ਦਿਨ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਨਹੀਂ ਸਾਰਾ ਕਿਸਾਨ ਜਿਹੜਾ ਹੈਗਾ ਉਹ ਇਸ ਪਾਰਟੀ ਵੱਲ ਚਲਾ ਗਿਆ, ਸਾਡੇ ਜਿਹੜੇ ਨਾਲ ਜਿਹੜੇ ਬ੍ਰਾਹਮਣ ਸੀਗੇ ਨਾਰਾਜ਼ ਉਹ ਵੀ ਇਸ ਪਾਰਟੀ ਨੂੰ ਨਹੀਂ ਪਾ ਰਹੇ ਨੇ, ਸਾਡੇ ਉੱਥੇ ਜਿਹੜੇ ਮੁਸਲਿਮ ਵੋਟ ਬੈਂਕ ਹੈ ਉਹ ਵੀ ਇਸੇ ਪਾਰਟੀ ਨੂੰ ਪੈ ਰਿਹਾ, ਫਿਰ ਉਹਨਾਂ ਨੂੰ ਲੱਗੇਗਾ ਕਿ ਵੀ ਨਹੀਂ ਹੁਣ ਸੱਤਾ ਜਿਹੜੀ ਆ ਹੱਥੋਂ ਜਾ ਰਹੀ ਹੈ। ਔਰ ਉਹ ਸੱਤਾ ਜਦੋਂ ਜਾਣ ਲੱਗਦੀ ਹੈ ਫਿਰ ਉਹ ਕਹਿੰਦੇ ਵੀ ਚਲੋ ਯਾਰ ਆਓ ਆਪਾਂ ਬੈਠਦੇ ਹਾਂ, ਕਰਦੇ ਹਾਂ ਗੱਲ, ਦੱਸੋ ਕੀ ਕਰੀਏ, ਆਪਾਂ ਆਹ ਕਰ ਲੈਂਦੇ ਹਾਂ, ਆਪਾਂ ਉਹ ਕਰ ਲੈਂਦੇ। ਉਦੋਂ ਇਹ ਚੀਜ਼ਾਂ ਹੁੰਦੀਆਂ ਨੇ। ਜਦ ਤੱਕ ਇਹ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਤੱਕ ਇਹੀ ਚੀਜ਼ਾਂ ਚੱਲੀ ਜਾਣਗੀਆਂ। ਸਰਕਾਰ ਮਤਲਬ ਜਿਵੇਂ ਕਿ ਬਹੁਤ ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਕੁਝ ਨਹੀਂ ਵਿਗੜ ਸਕਦਾ ਇਸ ਤਰ੍ਹਾਂ ਦਾ। ਹੁਣ ਤੁਸੀਂ ਇਹ ਦੇਖੋ ਹਰਿਆਣੇ 'ਚ ਵੀ ਸੇਮ ਹੈ। ਹਰਿਆਣਾ 'ਚ ਕੀ ਹੈ ਕਿ ਇਲੈਕਸ਼ਨ ਹਜੇ 2024 'ਚ ਪਏ ਨੇ, ਸਰਕਾਰ ਨੂੰ ਕੋਈ ਫਿਕਰ ਹੀ ਨਹੀਂ, ਕੋਈ ਗੱਲ ਨਹੀਂ ਉਦੋਂ ਦੇਖਾਂਗੇ ਜਦੋਂ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਸਾਡੇ ਨਾਲੋਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਯਾਨੀ ਕਿ ਲੋਕ ਸਭਾ ਦੀਆਂ ਵੋਟਾਂ ਆਉਣੀਆਂ ਨੇ, ਉੱਥੇ ਕੀ ਹਸ਼ਰ ਹੋਊਗਾ ਉਹਦਾ ਹੀ ਹਸ਼ਰ ਸਾਡੇ ਤੇ ਹੋਣਾ। ਇਸ ਕਰਕੇ ਉਹ ਬਿਲਕੁਲ ਚਿੰਤਾ ਮੁਕਤ ਨੇ। ਉੱਥੇ ਸਿਰਫ ਔਰ ਸਿਰਫ ਇਹੀ ਪ੍ਰੈਸ਼ਰ ਟੈਕਟਿਸ ਹੈ ਕਿ ਤੁਸੀਂ ਇੰਨਾ ਕੁ ਮਤਲਬ ਜਿਹਨੂੰ ਕਹਿੰਦੇ ਨਾ ਵੀ ਸਭ ਰਸਤੇ ਜੋ ਵੀ ਨੇ ਉਹ ਜਾਮ ਕਰ ਦਿਓ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਹੀ ਨਾ ਬਣਾ ਦਿਓ ਕਿ ਸਰਕਾਰ ਕਹੇ ਕਿ ਠੀਕ ਹੈ ਜੀ ਤੁਸੀਂ ਸਸਪੈਂਡ ਕਰਨ ਦੀ ਗੱਲ ਕਰਦੇ ਹੋ, ਅਸੀਂ ਟਰਮੀਨੇਟ ਹੀ ਕਰਤਾ ਉਸ ਬੰਦੇ ਨੂੰ, ਦੱਸੋ ਹੋਰ। ਤਾਂ ਉਹ ਪ੍ਰੈਸ਼ਰ ਟੈਕਟਿਸ ਦੇ ਉੱਤੇ ਕੰਮ ਹੋਊਗਾ, ਅਦਰਵਾਈਜ਼ ਕੰਮ ਨਹੀਂ ਹੋਣਾ। ਔਰ ਕਿਸਾਨ ਉਸ ਦਿਸ਼ਾ ਦੇ ਉੱਤੇ ਕੰਮ ਕਰ ਰਹੇ। ਜਿੱਦਾਂ ਸਰ ਤੁਸੀਂ ਵੋਟ ਬੈਂਕ ਵਾਲਾ ਕ੍ਰਾਈਟੇਰੀਆ ਸਮਝਾਇਆ ਕਿ ਕਿਸ ਤਰੀਕੇ ਪੋਲਰਾਈਜੇਸ਼ਨ ਦੀ ਨੀਤੀ ਤੇ ਬੀਜੇਪੀ ਜਿਹੜੀ ਹੈ ਚੱਲ ਰਹੀ ਆ, ਕਿ ਹੁਣ ਇਹ ਮੰਨਿਆ ਜਾ ਸਕਦਾ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਨੇ ਜਾਂ ਸਸਪੈਂਡ ਹੋਣੇ ਨੇ ਜਾਂ ਜੋ ਵੀ ਖੇਤੀ ਕਾਨੂੰਨਾਂ ਦਾ ਹੋਣਾ ਹੈ ਉਹ ਇਲੈਕਸ਼ਨਸ ਤੇ ਡਿਪੈਂਡ ਕਰਦਾ, ਯੂਪੀ ਇਲੈਕਸ਼ਨਸ ਤੋਂ ਬਾਅਦ ਕੋਈ ਡਿਸੀਜਨ ਲਿਆ ਜਾ ਸਕਦਾ? ਅੱਜ ਦੀ ਸਥਿਤੀ ਇਹੀ ਹੈ, ਅੱਜ ਦੀ ਸਥਿਤੀ ਇਹੀ ਹੈ। ਕੱਲ੍ਹ ਨੂੰ ਕੋਈ ਕੁਝ ਹੋਰ ਹੋਵੇ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਅੱਜ ਦੀ ਸਥਿਤੀ ਇਹੀ ਹੈ ਕਿ ਗਵਰਨਮੈਂਟ ਨੇ ਜਿਵੇਂ ਇਸ ਤਰ੍ਹਾਂ ਦਾ ਰਵੱਈਆ ਅਪਣਾ ਲਿਆ ਕਿ ਠੀਕ ਹੈ ਕਿਸਾਨ ਬੈਠੇ ਤਾਂ ਬੈਠੇ ਰਹਿਣ, ਨਾ ਕੋਈ ਗੱਲ ਕਰਨ ਦੀ ਲੋੜ ਹੈ ਇਹਨਾਂ ਨਾਲ, ਨਾ ਕੁਝ ਹੋਰ ਕਰਨ ਦੀ ਲੋੜ, ਆਪਣੇ ਆਪ ਥੱਕ ਹਾਰ ਕੇ ਵਾਪਸ ਚਲੇ ਜਾਣਗੇ ਤੇ ਕੋਈ ਲੋੜ ਨਹੀਂ ਇਹਨਾਂ ਨਾਲ ਗੱਲ ਕਰਨ ਦੀ, ਠੀਕ ਹੈ। ਸੋ ਉਸ ਕਿਉਂਕਿ ਹੁਣ 24 ਪਿਆ, ਹਜੇ 21 ਹੋਇਆ, 3 ਸਾਲ ਪਏ ਆ, ਤਾਂ ਉਹਨਾਂ ਨੂੰ ਇਹ ਲੱਗ ਰਿਹਾ ਹੈ ਵੀ 3 ਸਾਲ ਦੇ ਵਿੱਚ ਇਹ ਵੈਸੇ ਹੀ ਥੱਕ ਹਾਰ ਕੇ ਚਲੇ ਜਾਣਗੇ। ਪਰ ਗਵਰਨਮੈਂਟ ਨੂੰ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਵੀ ਇਹ ਸਮਝ ਨਹੀਂ ਆ ਰਹੀ ਵੀ ਇਹ ਥੱਕਣ ਵਾਲੇ ਲੋਕ ਨਹੀਂ ਹੈਗੇ। ਜੇ ਥੱਕਣ ਵਾਲੇ ਹੁੰਦੇ ਤਾਂ ਫਿਰ ਤਾਂ ਆਜ਼ਾਦੀ ਵੀ ਨਹੀਂ ਸੀ ਆਣੀ। ਇਹ ਥੱਕਣ ਵਾਲੇ ਲੋਕ ਨਹੀਂ। ਦੂਸਰੀ ਗੱਲ, ਸਰਕਾਰ ਨੂੰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਸਰਕਾਰ ਨੂੰ ਇੱਕ ਇਹ ਦਿਖ ਰਿਹਾ ਵੀ ਹਜੇ ਤੱਕ ਮਜ਼ਬੂਤ ਵਿਪਕਸ਼ ਨਹੀਂ ਹੈ, ਵਿਰੋਧੀ ਧਿਰ ਬਹੁਤ ਕਮਜ਼ੋਰ ਹੈ ਤੇ ਔਰ ਕਈ ਹਿੱਸਿਆਂ 'ਚ ਵੰਡੀ ਹੋਈ ਹੈ, ਤੇ ਜਦ ਤੱਕ ਉਹ ਮਜ਼ਬੂਤ ਨਹੀਂ ਹੁੰਦੀ
ਚਾਹੇ ਤਾਂ ਸਾਰੇ ਕਾਂਗਰਸ ਦੇ ਪਿੱਛੇ ਹੋ ਜਾਣ, ਚਾਹੇ ਸਾਰੇ ਕਾਮਰੇਡਾਂ ਦੇ ਪਿੱਛੇ ਹੋ ਜਾਣ, ਚਾਹੇ ਸਾਰੇ ਮਮਤਾ ਬੈਨਰਜੀ ਦੇ ਪਿੱਛੇ ਚਲੇ ਜਾਣ, ਜਦ ਤੱਕ ਉਹ ਇਕਜੁੱਟ ਨਹੀਂ ਹੋ ਜਾਂਦੇ, ਸਾਰੇ ਇਕੱਠੇ ਨਹੀਂ ਹੋ ਜਾਂਦੇ, ਤਾਂ ਤੱਕ ਇਹਨਾਂ ਦਾ ਰਸਤਾ ਬਹੁਤ ਸਾਫ਼ ਹੈ ਜੀ ਬੀਜੇਪੀ ਦਾ, ਕਿਉਂਕਿ ਇਹ ਇਕਜੁੱਟ ਨੇ। ਜਿਹੜੇ ਲੋਕ ਕਿਸਾਨ ਵਿਰੋਧੀ ਨੇ ਜਾਂ ਕਿਸਾਨ ਤੁਸੀਂ ਐਂ ਕਹਿ ਲਓ ਕਿ ਕਿਸਾਨ ਬਿੱਲਾਂ ਦੇ ਵਿਰੋਧੀ ਨੇ, ਉਹ ਇਕਜੁੱਟ ਨੇ। ਉਹਨਾਂ ਨੂੰ ਮਾਰ ਵੀ ਪੈ ਰਹੀ ਹੈ, ਉਹਨਾਂ ਨੂੰ ਗਾਲਾਂ ਵੀ ਪੈ ਰਹੀਆਂ ਨੇ, ਸਭ ਕੁਝ ਹੋ ਰਿਹਾ, ਲੇਕਿਨ ਉਹ ਫਿਰ ਵੀ ਇੱਕ ਪਲੇਟਫਾਰਮ 'ਤੇ ਹੀ ਨੇ। ਉਹਨਾਂ 'ਚ ਬਹੁਤਾ ਤੁਸੀਂ ਦੇਖੋਗੇ ਕੋਈ ਕਦ ਆਵਾਜ਼ ਜੀ ਉੱਠਦੀ ਹੈ, ਕਦੇ ਉਹ ਮੇਘਾਲਿਆ ਦੇ ਗਵਰਨਰ ਕਹਿ ਦਿੰਦੇ ਹੈ, ਕਦੇ ਕੋਈ ਹੋਰ ਇੱਕ ਕਦ ਬੰਦਾ ਕਹਿ ਦਿੰਦਾ ਹੈ, ਮਤਲਬ ਇੱਦਾਂ ਹੀ ਕਦ ਆਵਾਜ਼ ਜੀ ਉੱਠਦੀ ਹੈ। ਬਾਕੀ ਸਾਰੇ ਦੇ ਸਾਰੇ ਇਕਜੁੱਟ ਮੋਦੀ ਦੇ ਪਿੱਛੇ ਖੜੇ ਹੈ। ਜਦ ਤੱਕ ਜਾਂ ਤਾਂ ਉੱਥੇ ਡੈਂਟ ਪਵੇ, ਜਿਹੜਾ ਇਹ ਇਕਜੁੱਟਤਾ ਹੈ ਜਿਹੜੀ ਹੈਗੀ ਹੈ, ਇਹ ਮਤਲਬ ਇਸ ਤਰ੍ਹਾਂ ਦੀ ਹੁੰਦੀ। ਔਰ ਇਹ ਮੌਕਾ ਸੀਗਾ ਇਹਨਾਂ ਕੋਲੇ, ਕਿਸਾਨਾਂ ਕੋਲੇ ਇੱਥੇ, ਵੀ ਇਹ ਜਜ਼ਬਾ ਨੂੰ ਕਹਿ ਦਿੰਦੇ ਕਲੀਅਰ, ਬਹੁਤ ਕਲੈਰਿਟੀ ਨਾਲ, ਵੀ ਅਗਲੀ ਵਾਰ ਜੇ ਤੁਸੀਂ ਸਾਡੇ ਉਸ 'ਚ ਵੜ ਗਏ ਤਾਂ ਦੇਖਿਓ ਫਿਰ ਤੁਹਾਡਾ ਹਸ਼ਰ ਕੀ ਹੋਊਗਾ। ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਦਰੁਸਤ ਹੋ ਸਕਦੀਆਂ ਸੀਗੀਆਂ, ਲੇਕਿਨ ਉਹ ਹੋਈਆਂ ਨਹੀਂ। ਮਤਲਬ ਸੱਤਾ ਦਾ ਲਾਲਚ ਕਹਿ ਲਓ, ਸਰਕਾਰਾਂ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਵੀ ਹੁਣ ਅਗਲੇ 5 ਸਾਲ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਲੇਕਿਨ ਹੁਣ ਸੱਤਾ ਦਾ ਆਨੰਦ ਮਾਣੋ, ਅਜੇ 3 ਸਾਲ ਪਏ ਹੈ, ਫਿਰ ਦੇਖਾਂਗੇ। ਤਾਂ ਉਹ ਉਸ ਦੇ ਵਿੱਚ ਪਏ ਹੋਏ ਆ, ਅਤੇ ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਇਹਨਾਂ ਨੂੰ ਨੁਕਸਾਨ ਪਹੁੰਚਾਉਣਗੀਆਂ ਸਰਕਾਰ ਨੂੰ। ਤਾਂ ਮੈਨੂੰ ਇਹ ਲੱਗ ਰਿਹਾ ਵੀ ਜਦ ਤੱਕ ਵਿਰੋਧੀ ਧਿਰ ਇਕੱਠੀ ਨਹੀਂ ਹੁੰਦੀ ਨਾ, ਤਾਂ ਤੱਕ ਇਹ ਗੱਲਾਂ ਕਰਨੀਆਂ ਠੀਕ ਨਹੀਂ। ਠੀਕ ਹੈ ਸਰ। ਸੁਪਰੀਮ ਕੋਰਟ ਦੇ ਵਿੱਚ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਰਿਵਿਊ ਦੇ ਲਈ, ਖੇਤੀ ਕਾਨੂੰਨਾਂ ਦੇ ਰਿਵਿਊ ਦੇ ਲਈ, ਉਹਨਾਂ ਦੇ ਇੱਕ ਜਿਹੜੇ ਮੈਂਬਰ ਨੇ, ਉਹਨਾਂ ਨੇ ਸੁਪਰੀਮ ਕੋਰਟ ਨੂੰ ਇੱਕ ਚਿੱਠੀ ਲਿਖੀ ਹੈ ਕਿ ਜੋ ਵੀ ਅਸੀਂ ਤੁਹਾਨੂੰ ਕਿਹਾ ਹੈ ਖੇਤੀ ਕਾਨੂੰਨਾਂ ਦੇ ਬਾਰੇ, ਜੋ ਵੀ ਅਸੀਂ ਪੜਤਾਲ ਕੀਤੀ ਹੈ, ਤੁਹਾਨੂੰ ਦੱਸੀ ਹੈ, ਉਹਨੂੰ ਜਾਰੀ ਕਰੋ, ਉਹਨੂੰ ਜਨਤਕ ਕਰੋ, ਇਸ ਦੇ ਸੰਬੰਧ ਚਿੱਠੀ ਲਿਖੀ ਹੈ। ਉਹ ਦੇਖੋ, ਉਹ ਵੀ ਸੇਮ ਉਸੇ ਤਰ੍ਹਾਂ ਦੀ ਹੋਈ ਗੱਲ ਹੈ। ਮਤਲਬ ਇੱਕ ਪਾਸੇ ਤੁਸੀਂ ਦੇਖਿਆ ਹੋਣਾ, ਪਹਿਲਾਂ ਸੁਪਰੀਮ ਕੋਰਟ ਦਾ ਹੀ ਚੀਫ ਜਸਟਿਸ ਦਾ ਬਿਆਨ ਆਇਆ ਸੀਗਾ ਕਿ ਜਿਹੜੇ ਇਹ ਅੰਦੋਲਨਰਤ ਕਿਸਾਨ ਨੇ, ਇਹਨਾਂ ਨਾਲ ਗੱਲਬਾਤ ਕਰਕੇ 2 ਹਫ਼ਤੇ ਦੇ ਅੰਦਰ ਅੰਦਰ ਖ਼ਤਮ ਕਰੋ, ਰਸਤੇ ਖੋਲੋ ਸਾਰੇ। ਹੁਣ ਜੇ ਤੁਸੀਂ ਉਹ ਸਾਰੇ ਨੂੰ ਹੀ ਦੇਖੋ, ਸੁਪਰੀਮ ਕੋਰਟ ਨੇ 12 ਜਨਵਰੀ ਨੂੰ ਇੱਕ ਕਮੇਟੀ ਬਣਾਈ 4 ਮੈਂਬਰੀ, ਉਹ 'ਚ ਐਕਸਪਰਟ ਰੱਖੇ, ਕਿਸਾਨ ਸੰਗਠਨ ਦੇ ਬੰਦੇ ਰੱਖੇ, ਖੇਤੀ ਨੀਤੀਆਂ ਦੇ ਮਾਹਿਰ ਰੱਖੇ, ਸਾਰੇ ਬਣਾਤੇ। ਕਿਸਾਨਾਂ ਨੇ ਤਾਂ ਉਹ ਰੱਦ ਕਰਤੀ, ਚਲੋ ਉਹ ਇੱਕ ਖਿੱਤੇ ਦੇ ਕਿਸਾਨ ਹੋ ਸਕਦੇ ਆ ਜਿਨ੍ਹਾਂ ਨੇ ਰੱਦ ਕੀਤੀ ਹੈ, ਪਰ ਬਾਕੀ ਕੰਟਰੀ ਦੇ ਵੀ ਕਿਸਾਨ ਹੈਗੇ ਨੇ, ਉਹ ਕਮੇਟੀ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ, ਔਰ ਸਾਰੀ ਰਿਪੋਰਟ ਤਿਆਰ ਕਰਕੇ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ, ਕਈ ਵਾਰੀ ਫੋਨ ਕੀਤੇ, ਮੇਰੀ ਉਹਨਾਂ ਦੇ ਮੈਂਬਰ ਜਿਹਨੇ ਚਿੱਠੀ ਲਿਖੀ ਉਹਨਾਂ ਨਾਲ ਗੱਲ ਵੀ ਹੋਈ ਸੀ, ਤੇ ਉਹਨਾਂ ਨੇ ਕਿਹਾ ਕਿ ਅਸੀਂ ਕਈ ਵਾਰ ਇਹਨਾਂ ਨੂੰ ਕਿਹਾ ਵੀ ਤੁਸੀਂ ਆਓ, ਸਾਡੇ ਨਾਲ ਗੱਲਬਾਤ ਕਰੋ, ਤੇ ਆਪਣੀ ਪੁਆਇੰਟਸ ਦੱਸੋ, ਆਪਾਂ ਸਾਰਾ ਉਹਦੇ ਵਿੱਚ ਪਾ ਦਾਂਗੇ। ਮੰਨ ਲਓ ਕਿ ਫਾਰਮਰ ਇਹੀ ਕਹਿ ਦੇਣ ਉੱਥੇ ਵੀ ਇਹ ਕਾਨੂੰਨ ਬੇਕਾਰ ਨੇ, ਤਾਂ ਉਹਨਾਂ ਦਾ ਪੁਆਇੰਟ ਤਾਂ ਰਿਪੋਰਟ 'ਚ ਚਲਾ ਜਾਂਦਾ ਨਾ, ਤਾਂ ਸੁਪਰੀਮ ਕੋਰਟ ਕੋਲ ਚਲੀ ਜਾਂਦੀ ਵੀ ਹਾਂ ਤੁਹਾਡੀ ਇਹਨੂੰ ਮੰਨਦੇ ਹੀ ਨਹੀਂ ਹੈ ਕਿਸਾਨ, ਫਿਰ ਤੁਸੀਂ ਰੱਦ ਕਰੋ ਜੀ ਇਹਨਾਂ ਨੂੰ। ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਆ ਜਾਂਦੀਆਂ। ਚਲੋ ਉਹ ਨਹੀਂ ਆਏ, ਕੋਈ ਗੱਲ ਨਹੀਂ, ਉਹਨਾਂ ਨੇ ਇੱਕ ਆਪਣੀ ਰਿਪੋਰਟ ਪੂਰੀ ਤਿਆਰ ਕਰਕੇ ਸਾਰੀ ਸੁਪਰੀਮ ਕੋਰਟ ਨੂੰ ਦੇ ਦਿੱਤੀ। 19 ਮਾਰਚ ਦੀ ਰਿਪੋਰਟ ਸੁਪਰੀਮ ਕੋਰਟ ਦੇ ਸੀਲਬੰਦ ਪਈ ਹੈ। ਉਹਨਾਂ ਤਾਂ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਦੱਸ ਪਾ ਰਹੇ ਨੇ, ਕਿਉਂਕਿ ਉਹ ਸੁਪਰੀਮ ਕੋਰਟ 'ਚ ਅਜੇ ਪੈਂਡਿੰਗ ਹੈ, ਨਾ ਹੀ ਸੁਪਰੀਮ ਕੋਰਟ ਨੇ ਉਸ ਨੂੰ ਖੋਲ੍ਹਿਆ ਤੇ ਦੇਖਿਆ, ਦੇਖ ਕੇ ਉਹਨਾਂ ਨੇ ਸਰਕਾਰ ਨੂੰ ਭੇਜਿਆ ਵੀ ਭਾਈ ਇਸ 'ਤੇ ਕੰਮ ਕਰੋ, ਉਹ ਵੀ ਨਹੀਂ ਹੋਇਆ। ਤਾਂ ਉਹ ਤਾਂ ਕਰਕੇ ਫਿਰ ਉਹਨਾਂ ਨੇ ਕਿਹਾ ਵੀ 5 ਮਹੀਨੇ ਹੋਰ ਵਿੱਚ ਜਿਹੜਾ ਕੰਮ ਸਾਨੂੰ ਲਾਇਆ ਸੀਗਾ, ਜੇ ਉਹ ਕੰਮ ਕਰਨਾ ਹੀ ਨਹੀਂ ਹੈ ਤਾਂ ਫਿਰ ਫਾਰਮਰ ਦਾ ਐਜੀਟੇਸ਼ਨ ਤਾਂ ਉਸੇ ਤਰ੍ਹਾਂ ਹੀ ਚੱਲ ਰਿਹਾ, ਤਾਂ ਫਿਰ ਸਾਨੂੰ ਕਾਹਦੇ ਵਾਸਤੇ ਲਾਇਆ, ਸਾਡਾ ਟਾਈਮ ਵੀ ਖਰਾਬ ਕੀਤਾ ਤੁਸੀਂ, ਤੇ ਹੁਣ ਇਹ 5 ਮਹੀਨੇ ਤੋਂ ਤੁਸੀਂ ਆਪਣੇ ਕੋਲੇ ਰਿਪੋਰਟ ਰੱਖੀ ਬੈਠੇ ਹੋ। ਤਾਂ ਅਸੀਂ ਜਿਹੜੀ ਉਹਨਾਂ ਨਾਲ ਗੱਲ ਕਰ ਰਹੇ ਸੀਗੇ, ਉਹ ਉਹਨਾਂ ਨੇ ਦੇਖੋ ਸਾਨੂੰ ਇਹ ਤਾਂ ਨਹੀਂ ਦੱਸਿਆ ਵੀ ਰਿਪੋਰਟ 'ਚ ਕੀ ਹੈ, ਪਰ ਉਹਨਾਂ ਨੇ ਇਹ ਕਿਹਾ ਵੀ ਰਿਪੋਰਟ 'ਚ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਕਿਸਾਨਾਂ ਦੇ ਫਾਇਦੇ ਵਾਲਾ ਸੌਦਾ ਹੈ, ਔਰ ਉਹ ਕਿਸਾਨਾਂ ਦੀ ਆਮਦਨ, ਉਹਨਾਂ ਦਾ ਜਿਹੜੇ ਗੁੱਸੇ ਗਿਲੇ ਨੇ, ਸ਼ਿਕਵੇ ਨੇ, ਉਹ ਸਾਰੇ ਦੂਰ ਕਰ ਸਕਦਾ। ਇਸ ਤਰ੍ਹਾਂ ਦੀ ਰਿਪੋਰਟ ਅਸੀਂ ਦਿੱਤੀ ਹੈ। ਤੇ ਫਿਰ ਉਹਨਾਂ ਨੂੰ ਜਦੋਂ ਅਸੀਂ ਇਹ ਕਿਹਾ ਵੀ ਜਿਹੜੇ ਫਾਰਮਰ ਨੇ ਉਹ ਜਿਹੜੇ ਕਾਰਪੋਰੇਟਾਈਜ਼ ਸਿਸਟਮ ਦਾ ਵਿਰੋਧ ਕਰ ਰਹੇ ਹੈ, ਤਾਂ ਉਹਨਾਂ ਨੇ ਇੱਕ ਅੱਛੀ ਦਲੀਲ ਇਹ ਦਿੱਤੀ ਸੀ ਵੀ ਕਾਰਪੋਰੇਟ ਨੂੰ ਸਿਰਫ ਗਾਲਾਂ ਕੱਢਣੀਆਂ ਹੀ ਠੀਕ ਨਹੀਂ, ਤੇ ਪਹਿਲਾਂ ਵੀ ਜਿਹੜੇ ਫਾਰਮਰ ਨੇ ਜਿੰਨਾ ਵੀ ਮਤਲਬ ਉਹ ਕਰਦੇ ਨੇ, ਚਾਹੇ ਉਹਨਾਂ ਦੇ ਟਰੈਕਟਰ ਹੋਣ ਤਾਂ ਵੀ ਕਾਰਪੋਰੇਟਾਂ ਤੋਂ ਹੀ ਆਉਂਦੇ ਨੇ, ਉਹਨਾਂ ਦੇ ਬੀਜ ਹੋਣ ਉਹ ਵੀ ਕਾਰਪੋਰੇਟ ਕੰਪਨੀਆਂ ਬਣਾਉਂਦੀਆਂ ਨੇ,
ਉਹਨਾਂ ਦੀ ਖਾਦਾਂ ਹੁਣ ਉਹ ਵੀ ਕਾਰਪੋਰੇਟ ਕੰਪਨੀਆਂ ਬਣਾਉਂਦੀਆਂ ਨੇ, ਉਹਨਾਂ ਦੀ ਦਵਾਈਆਂ ਨੇ ਜਿਹੜੀਆਂ ਉਹ ਛਿਣਕਦੇ ਨੇ ਉਹ ਵੀ ਸਾਰੇ ਕਾਰਪੋਰੇਟ ਕੰਪਨੀਆਂ ਬਣਾਉਂਦੀਆਂ ਨੇ, ਕੋਈ ਸਰਕਾਰੀ ਕੰਪਨੀ ਤਾਂ ਨਹੀਂ ਬਣਾਉਂਦੀ। ਖਾਦਾਂ ਜਿਹੜੀਆਂ ਪਾਉਂਦੇ ਯੂਰੀਆ ਟਾਈਪ ਇਹ ਸਾਰਾ ਵੀ ਉਹਨਾਂ ਤੋਂ ਜਾਂਦਾ। ਤੇ ਮਤਲਬ ਜਦੋਂ ਇੰਨੀਆਂ ਚੀਜ਼ਾਂ ਉਹਨਾਂ ਤੋਂ ਆ ਰਹੀਆਂ ਨੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਤਾਂ ਫਿਰ ਜੇ ਖਰੀਦ ਵੀ ਉਹ ਕਰ ਲੈਣਗੀਆਂ ਤਾਂ ਉਹਨਾਂ ਨੂੰ ਕੀ ਫਰਕ ਪੈਂਦਾ। ਫਿਰ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਰਿਪੋਰਟ 'ਚ ਇਹ ਸੰਕੇਤ ਜਿਹਾ ਦਿੱਤਾ ਉਹਨਾਂ ਨੇ ਵੀ ਅਸੀਂ ਰਿਪੋਰਟ 'ਚ ਜ਼ਰੂਰ ਕਿਹਾ ਹੈ ਵੀ ਅਜ਼ਾਰੇਦਾਰੀ ਨਹੀਂ ਹੋਣੀ ਚਾਹੀਦੀ, ਵੀ ਮੋਨੋਪਲੀ ਨਹੀਂ ਹੋਣੀ ਚਾਹੀਦੀ, ਵੀ ਤੁਸੀਂ ਸਾਰਾ ਕੰਮ ਹੀ ਇਹਨਾਂ ਨੂੰ ਦੇ ਹਵਾਲੇ ਕਰ ਦਿਓ। ਇਹ ਸਿਸਟਮ ਨਹੀਂ ਹੋਣਾ ਚਾਹੀਦਾ, ਲੈਵਲ ਪਲੇਇੰਗ ਫੀਲਡ ਹੋਣੀ ਚਾਹੀਦੀ ਹੈ ਸਭ ਵਾਸਤੇ। ਸਰਕਾਰ ਵੀ ਉੱਥੇ ਹੀ ਹੋਵੇ, ਇਹ ਵੀ ਉੱਥੇ ਹੀ ਹੋਣ, ਜਿੰਨਾ ਟੈਕਸ ਸਰਕਾਰ ਲੈ ਰਹੀ ਹੈ ਉਹਨਾਂ ਟੈਕਸ ਇਹ ਵੀ ਦੇਣ, ਸਾਰਾ ਕੁਝ ਸੇਮ ਹੋਵੇ, ਤਾਂ ਉਹ ਸਿਸਟਮ ਜਿਹੜਾ ਹੈਗਾ ਜ਼ਿਆਦਾ ਕਾਮਯਾਬ ਹੋ ਸਕਦਾ। ਉਹਦੇ ਨਾਲ ਫਾਰਮਰਸ ਨੂੰ ਵੀ ਜਿਹੜਾ ਹੈਗਾ ਇੱਕ ਕੀ ਕਹਿੰਦੇ ਹੁੰਦੇ ਨੇ ਆਸ਼ੰਕਾ ਨਹੀਂ ਰਹਿੰਦੀ, ਔਰ ਮਤਲਬ ਉਹਨਾਂ ਦੇ ਵਿੱਚ ਇਹ ਭਾਵਨਾ ਨਹੀਂ ਆਉਂਦੀ ਕਿ ਹਾਂ ਸਾਰੀਆਂ ਜ਼ਮੀਨਾਂ 'ਤੇ ਕਬਜ਼ਾ ਹੋ ਜਾਏਗਾ ਸਾਡਾ, ਜਿਵੇਂ ਕਿ ਹੁਣ ਆਈ ਹੋਈ ਹੈ ਨਾ, ਇਸ ਤਰ੍ਹਾਂ ਦਾ ਸਿਸਟਮ ਨਹੀਂ ਹੋਏਗਾ। ਤਾਂ ਜੇ ਸਰਕਾਰ ਨੇ ਇਹ ਕੰਮ ਕਰਨਾ ਤਾਂ ਫਿਰ ਸਰਕਾਰ ਇਨਫਰਾਸਟ੍ਰਕਚਰ ਦੇ ਉੱਤੇ ਜਾਏ, ਇਨਫਰਾਸਟ੍ਰਕਚਰ ਦੇ ਉੱਤੇ ਕੰਮ ਕਰੇ, ਔਰ ਸਾਰੀਆਂ ਕੰਪਨੀਆਂ ਨੂੰ ਕਹਿ ਦੇ ਵੀ ਤੁਸੀਂ ਆਓ ਔਰ ਕੰਮ ਕਰੋ। ਜਿਹਨੇ ਜਿਸ ਭਾਅ 'ਤੇ ਖਰੀਦਣੀ ਹੈ ਉਸ 'ਤੇ ਖਰੀਦੋ, ਜਿਹਨੇ ਨਹੀਂ ਖਰੀਦਣੀ ਨਾ ਖਰੀਦੋ, ਕੋਈ ਉਹ ਨਹੀਂ, ਪਰ ਟੈਕਸਸ ਜਿਹੜੇ ਨੇ ਉਹ ਸਭ ਨੂੰ ਲੱਗਣਗੇ। ਇਹ ਸਿਸਟਮ ਨਹੀਂ ਹੋ ਸਕਦਾ। ਦੇਖੋ ਕਮਲ ਜੀ, ਕਿ ਅਸੀਂ ਕਹਿ ਦਈਏ ਵੀ ਸਰਕਾਰੀ ਮੰਡੀ ਦੇ ਵਿੱਚ ਤਾਂ ਜਿਹੜਾ ਮਤਲਬ ਬੰਦਾ ਵੇਚ ਰਿਹਾ ਕੋਈ ਚੀਜ਼, ਉੱਥੇ ਤਾਂ 8-8 10% ਟੈਕਸ ਲੱਗਣਗੇ, ਲੇਕਿਨ ਅਗਰ ਉਹ ਪ੍ਰਾਈਵੇਟ ਮੰਡੀ ਦੇ ਵਿੱਚ ਚਲਾ ਗਿਆ ਤਾਂ ਉਹ 10% ਨਹੀਂ ਲੱਗਣਗੇ। ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਲੋਕ ਇਹ ਕਾਰਪੋਰੇਟ ਵਾਲੇ ਹੈਗੇ ਨੇ ਉਹ 50-50 ਰੁਪਏ ਫालतू ਦੇ ਦੇਣਗੇ ਤੇ ਲੋਕ ਉਧਰ ਚਲੇ ਜਾਇਆ ਕਰਨਗੇ। ਇਹ ਸਿਸਟਮ ਫੇਲ ਹੋ ਜਾਏਗਾ, ਮੰਡੀਆਂ ਤਬਾਹ ਹੋ ਜਾਣਗੀਆਂ, ਤੇ ਕੱਲ ਨੂੰ ਫਿਰ ਇਹਨਾਂ ਨੇ ਉੱਪਰ ਵਧਾ ਦੇਣਾ, ਜਿਵੇਂ ਅੱਜ ਕੱਲ ਸੇਬ ਦੇ ਬਾਗਵਾਨਾਂ ਨਾਲ ਹੋਇਆ। ਉੱਥੇ ਹੁਣ ਜਿਹੜੇ ਛੋਟੇ ਵਪਾਰੀ ਸੀ ਖਤਮ ਕਰਤੇ, ਹੁਣ ਕੇਵਲ ਅਡਾਨੀ ਦਾ ਕਬਜ਼ਾ ਉੱਥੇ, ਜਾਂ ਅਡਾਨੀ ਵਰਗੀਆਂ ਹੋਰ ਵੱਡੀਆਂ ਕੰਪਨੀਆਂ ਦਾ। ਹੁਣ ਉਹਨਾਂ ਨੇ 8-10 ਕੰਪਨੀਆਂ ਨੇ ਜੇ ਪੂਲ ਕਰ ਲਿਆ ਕਿ ਆਪਾਂ ਇਸ ਤੋਂ ਉੱਪਰ ਦੇਣਾ ਹੀ ਨਹੀਂ, ਤਾਂ ਇਸੇ ਸਾਲ 'ਚ 16 ਰੁਪਏ ਕਿਲੋ ਰੇਟ ਘਟ ਗਏ। ਤਾਂ ਹੁਣ ਉਹ ਕਿਸਾਨ ਰੋ ਰਹੇ ਨੇ। ਇਹ ਹਿਮਾਚਲ ਦੇ ਕਿਸਾਨ ਪੂਰੇ 10 ਮਹੀਨਿਆਂ 'ਚ ਇੱਕ ਦਿਨ ਵੀ ਕਿਸਾਨਾਂ ਨਾਲ ਨਹੀਂ ਉੱਥੇ ਬੈਠੇ। ਹੁਣ ਜਦੋਂ ਖੁਦ ਨੂੰ ਝਟਕਾ ਲੱਗਿਆ ਤਾਂ ਇਹ ਉੱਥੇ ਗਏ ਨੇ। ਸੋ ਅੱਜ ਜਿਹੜੀ ਗੱਲ ਪੰਜਾਬ ਦਾ ਫਾਰਮਰ ਕਰ ਰਿਹਾ ਨਾ, ਜਾਂ ਹਰਿਆਣੇ ਦਾ ਫਾਰਮਰ ਕਰ ਰਿਹਾ, ਜਾਂ ਵੈਸਟਰਨ ਯੂਪੀ ਦਾ ਫਾਰਮਰ ਕਰ ਰਿਹਾ, ਉਹ ਆਪਣੀ ਗੱਲ ਨਹੀਂ ਕਰ ਰਿਹਾ, ਉਹ ਕਿਸਾਨ ਵਰਗ ਦੀ ਗੱਲ ਕਰ ਰਿਹਾ ਹੈ। ਇਹ ਦੇਸ਼ ਦੇ ਬਾਕੀ ਜਿਹੜੇ ਸੂਬੇ ਹੈ ਉਹਨਾਂ ਦੇ ਕਿਸਾਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਿਹੜਾ ਸਿਸਟਮ ਬਣੂਗਾ ਸਾਡੇ ਲਈ ਬਣੂਗਾ। ਅਦਰਵਾਈਜ਼ ਅਗਰ ਮਤਲਬ ਸਰਕਾਰਾਂ ਦੇ ਹਵਾਲੇ ਨਾਲ ਕਰ ਦਾਂਗੇ ਤਾਂ ਮੈਨੂੰ ਲੱਗਦਾ ਕਿ ਇਹ ਮੁਸ਼ਕਿਲ ਹੋ ਜਾਏ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸ ਨੂੰ ਸਾਡੇ ਨਾਲ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਕਰਨਾਲ ਦੇ ਵਿੱਚ ਕਰਨਾਲ ਪ੍ਰਸ਼ਾਸਨ ਵਰਸਸ ਕਿਸਾਨ ਜਿਹੜੀ ਮਹਾਭਾਰਤ ਹੈ, ਮਹਾਪੰਚਾਇਤ ਜਿਹੜੀ ਆ ਮਹਾਭਾਰਤ ਦਾ ਰੂਪ ਧਾਰਨ ਕਰ ਚੁੱਕੀ ਹੈ। ਜੋ ਵੀ ਪ੍ਰਸ਼ਾਸਨ ਦੇ ਨਾਲ ਗੱਲਾਂ ਬਾਤਾਂ ਹੋਈਆਂ, ਜੋ ਮੀਟਿੰਗ ਹੋਈ, ਉਹ ਕਿਸੇ ਸਿਰੇ ਨਹੀਂ ਚੜ ਸਕੀ। ਕੋਈ ਵੀ ਸਹਿਮਤੀ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਆ ਨਹੀਂ ਬਣ ਸਕੀ। ਮਿੰਨੀ ਸਕੱਤਰੇਤ ਦਾ ਘਿਰਾਓ ਕਿਸਾਨਾਂ ਦੇ ਵੱਲੋਂ ਕੀਤਾ ਗਿਆ, ਔਰ ਹਜੇ ਵੀ ਘੇਰਾ ਜਿਹੜਾ ਕਿਸਾਨਾਂ ਵੱਲੋਂ ਪਾਇਆ ਗਿਆ ਹੈ। ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਸਕਦੀ ਹੈ ਦੇਸ਼ ਦੀ ਵਿਵਸਥਾ, ਔਰ ਭਾਜਪਾ ਕਿਉਂ ਮੂਕ ਦਰਸ਼ਕ ਬਣ ਕੇ ਬੈਠੀ ਹੈ, ਭਾਜਪਾ ਸਰਕਾਰ ਨੂੰ ਕਿਉਂ ਕੋਈ ਫਰਕ ਨਹੀਂ ਪੈ ਰਿਹਾ, ਜੇ ਪੈ ਰਿਹਾ ਤੇ ਆਖਿਰ ਕਿਉਂ ਉਸ ਨੂੰ ਜ਼ਾਹਿਰ ਨਹੀਂ ਕੀਤਾ ਜਾ ਰਿਹਾ। ਇਸ ਦੇ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ, ਔਰ ਨਾਲੇ ਗੱਲਬਾਤ ਕੀਤੀ ਹੈ ਕਿ 4 ਮੈਂਬਰੀ ਕਮੇਟੀ ਜੋ ਬਣਾਈ ਗਈ ਸੀ ਖੇਤੀ ਕਾਨੂੰਨਾਂ ਨੂੰ ਰਿਵਿਊ ਕਰਨ ਦੇ ਲਈ, ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ, ਉਸ ਦੇ ਇੱਕ ਮੈਂਬਰ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖੀ ਹੈ ਕਿ ਜੋ ਵੀ ਅਸੀਂ ਤੁਹਾਨੂੰ ਰਿਪੋਰਟ ਸੌਂਪੀ ਸੀ ਉਸ ਨੂੰ ਜਨਤਕ ਕੀਤਾ ਜਾਵੇ। ਫਿਲਹਾਲ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।